22 ਤਰੀਕ ਨੂੰ ਆ ਰਹੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਮੁਤਲਕ ਦਿੱਲੀ ਦੀ ਸਿੱਖ ਸੰਗਤ ਨੂੰ ਅਹਿਮ ਮੁੱਦਿਆਂ ਉੱਪਰ ਜਾਗਰੂਕ ਕਰਦਿਆਂ ਉੱਘੇ ਸਿੱਖ ਚਿੰਤਕ ਤੇ ਇੰਡਸਟਰੀਅਲਿਸਟ ਸਰਦਾਰ ਰਾਜਬੀਰ ਸਿੰਘ ਆਟੋਪਿਨ ਨੇ ਪੰਥਕ ਸੋਚ ਵਾਲੀ ਕਮੇਟੀ ਚੁਣਨ ਦੀ ਅਪੀਲ ਕੀਤੀ ਹੈ। ਉਹਨਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਮੁਕੱਦਸ ਸੰਸਥਾ ਅੰਦਰ ਫੈਲੇ ਕਥਿਤ ਭ੍ਰਿਸ਼ਟਾਚਾਰ, ਗਬਨ ਘੁਟਾਲਿਆਂ ਦੇ ਇਲਜ਼ਾਮ ਸਮੇਤ ਵਿੱਤੀ ਬਦ ਇੰਤਜ਼ਾਮੀ ਦੇ ਮਸਲੇ ਚੁੱਕੇ ਹਨ। ਬਾਲਾ ਸਾਹਿਬ ਹਸਪਤਾਲ ਉੱਪਰ ਕੀਤੀ ਸਿਆਸਤ ਦਾ ਵੀ ਜ਼ਿਕਰ ਕਰਦਿਆਂ ਸੰਗਤ ਨੂੰ ਸਾਫ਼ ਸੁਥਰੇ ਅਕਸ ਵਾਲੀ ਕਮੇਟੀ ਚੁਣਨ ਦੀ ਅਪੀਲ ਕੀਤੀ, ਜਿਸ ਦਾ ਗੋਲਕ ਚੋਰੀ ਕਰਨ ਵਾਲਾ ਦਾਗਦਾਰ ਅਤੀਤ ਨਾ ਹੋਵੇ। ਦਿੱਲੀ ਦੀ ਸਿੱਖ ਸੰਗਤ ਨੂੰ ਸਨੇਹ ਨਿਮਰ ਬੇਨਤੀ ਹੈ। ਅਸੀਂ ਗੁਰਦੁਆਰਾ ਕਮੇਟੀ ਦੀਆਂ ਇਲੈਕਸ਼ਨਾਂ 22 ਤਰੀਕ ਵੱਲ ਹੁਣ ਜਲਦੀ ਪਹੁੰਚ ਰਹੇ ਹਾਂ। ਜੋ ਅੱਜ ਦੀ ਦਿੱਲੀ ਦੀ ਸੰਗਤ ਦੇ ਹਾਲਾਤ ਨੇ ਔਰ ਜੋ ਗੁਰਦੁਆਰਾ ਕਮੇਟੀ ਵਿੱਚ ਪਿਛੇ ਕੁਝ ਸਾਲਾਂ 'ਚ ਵਰਤਿਆ ਹੈ, ਉਹਨੂੰ ਸੋਚਦੇ ਹੋਏ ਦੇਖਦੇ ਹੋਏ ਦਿਲ ਬੜਾ ਦੁਖੀ ਹੈ ਔਰ ਚਿੰਤਿਤ ਵੀ ਹੈ। ਔਰ ਆਪ ਨਾਲ ਮੈਂ ਸਾਂਝਾ ਕਰਾਂ ਕਿ ਕੁਝ ਇਹਨਾਂ ਮਾਮਲਿਆਂ ਪ੍ਰਤੀ ਮਨ ਉਦਾਸ ਵੀ ਹੈ, ਕਿਉਂਕਿ ਜਿਨ੍ਹਾਂ ਭਾਵਨਾਵਾਂ ਨਾਲ ਗੁਰਦੁਆਰਾ ਕਮੇਟੀ ਦੀਆਂ ਇਲੈਕਸ਼ਨਾਂ ਹੋ ਰਹੀਆਂ ਨੇ, ਇਹ ਸਿੱਖ ਕਲਚਰ ਨਾਲ ਰਲਦੀਆਂ ਨਹੀਂ ਹਨ। ਗੁਰਦੁਆਰੇ ਦੀ ਸੰਭਾਲ, ਗੁਰਦੁਆਰੇ ਦੀ ਦੇਖ ਰੇਖ, ਗੁਰਦੁਆਰੇ ਦੀ ਸੰਗਤ ਨਾਲ ਪਿਆਰ ਔਰ ਗੁਰਦੁਆਰੇ ਦੇ ਵਿੱਚ ਚੜਾਵੇ ਨੂੰ ਸਹੀ ਤਰੀਕੇ ਨਾਲ ਵਰਤਣਾ ਔਰ ਸੇਵਾ ਵਿੱਚ ਲਗਾਉਣਾ, ਇਹ ਸਿੱਖ ਕੌਮ ਦਾ ਮੂਲ ਪ੍ਰੇਮ ਹੈ ਆਪਣੇ ਗੁਰੂ ਨਾਲ। ਇਹਦੇ ਵਿੱਚ ਆਪਸੀ ਲੜਾਈਆਂ, ਆਪਸੀ ਇਲੈਕਸ਼ਨਾਂ ਦਰਅਸਲ ਹੋਣੀਆਂ ਨਹੀਂ ਚਾਹੀਦੀਆਂ, ਪਰ ਕਿਸੇ ਕਾਰਨ ਵਰਸ਼ ਅਸੀਂ ਇਸ ਚੰਗਲ ਵਿੱਚ ਕਈ ਸਾਲਾਂ ਤੋਂ ਆ ਚੁੱਕੇ ਹਾਂ। ਇਹ ਕਾਫੀ ਸਾਲਾਂ ਤੋਂ ਇੱਕ ਬਹਿਸ ਕੌਮ ਵਿੱਚ ਚੱਲ ਰਹੀ ਹੈ ਔਰ ਕਿਹਾ ਵੀ ਜਾਂਦਾ ਹੈ ਕਿ ਸਾਡੀ ਸਿਆਸਤ ਔਰ ਧਰਮ ਇੱਕੋ ਹੀ ਹੈ। ਪਰ ਸਿਆਸਤ ਔਰ ਧਰਮ ਦਾ ਕੀ ਰਿਸ਼ਤਾ ਹੈ ਔਰ ਕੀ ਗੁਰਦੁਆਰਿਆਂ ਦੇ ਵਿੱਚ ਸਿਆਸਤ ਹੋਣੀ ਚਾਹੀਦੀ ਹੈ, ਇਹ ਇੱਕ ਮੁੱਢਲਾ ਪ੍ਰਸ਼ਨ ਹੈ। ਸਾਡੀ ਸਿਆਸਤ ਸੋਚ ਰਾਜ ਨਾਲ ਰਿਲੇਸ਼ਨ ਰੱਖਦੀ ਹੈ, ਪਰ ਗੁਰਦੁਆਰਿਆਂ ਵਿੱਚ ਕਿਹੜਾ ਰਾਜ ਹੈ? ਗੁਰਦੁਆਰਿਆਂ ਵਿੱਚ ਤੇ ਕੇਵਲ ਸੇਵਾ ਹੈ, ਪ੍ਰੇਮ ਹੈ, ਨਾਮ ਹੈ, ਬਾਣੀ ਹੈ ਔਰ ਚੁੱਕ ਕੇ ਚੱਲਣਾ ਹੈ। ਉੱਥੇ ਕਿਹੜੀ ਚੌਧਰ, ਉੱਥੇ ਕਿਹੜਾ ਪ੍ਰਧਾਨ? ਉੱਥੇ ਤੇ ਅਸੀਂ ਸਾਰੇ ਸੇਵਕ ਹਾਂ। ਗੁਰੂ ਦੇ ਦਰ 'ਤੇ ਅਸੀਂ ਨੌਕਰ ਬਣ ਜਾਈਏ, ਸਿੱਖਾਂ ਨੂੰ ਇਸ ਤੋਂ ਜ਼ਿਆਦਾ ਮਾਣ ਹੋਰ ਕੀ ਹੋ ਸਕਦਾ ਹੈ? ਪਰ ਅੱਜ ਦੇ ਹਾਲਾਤ ਬਹੁਤ ਦੂਰ ਨਿਕਲ ਆਏ ਹਨ। ਅਸੀਂ ਸਾਰਿਆਂ ਨੂੰ ਸਾਂਝੇ ਹੋ ਕੇ ਸੋਚਣਾ ਚਾਹੀਦਾ ਹੈ। ਦਰਅਸਲ ਮੇਰੀ ਸੋਚ ਵਿੱਚ ਇੱਕ ਲੋੜ ਹੈ ਇੱਕ ਥਿੰਕ ਟੈਂਕ ਬਣਾਉਣ ਦੀ, ਜਿਹੜੇ ਦਰਦੀ ਲੋਕ ਆਪਸ ਵਿੱਚ ਬੈਠ ਕੇ ਸਿੱਖ ਕੌਮ ਦੀ, ਦਿੱਲੀ ਦੇ ਸੰਗਤ ਦੇ ਕੁਝ ਮੁੱਢਲੇ ਫੈਸਲੇ ਸਾਂਝੇ ਹੋ ਕੇ ਲੈਣ, ਜਿਹਦੇ ਵਿੱਚ ਚੌਧਰਪਣ ਸਾਹਮਣੇ ਨਾ ਆਏ, ਪੈਸਾ ਔਰ ਸ਼ੌਹਰਤ ਇਹ ਸਾਹਮਣੇ ਨਾ ਆਏ। ਸੇਵਾ ਔਰ ਪ੍ਰੇਮ ਮੁੱਢ ਰੱਖ ਕੇ ਅਸੀਂ ਆਪਣੇ ਆਪ ਨੂੰ ਪਿੱਛੇ ਰੱਖ ਕੇ ਕੌਮ ਦੀ ਫਿਕਰ ਵਾਸਤੇ ਫੈਸਲੇ ਲਈਏ। ਪਰ ਇਹ ਪਤਾ ਨਹੀਂ ਕਦੋਂ ਹੋ ਪਾਏਗਾ ਔਰ ਇਹ ਵੀ ਨਹੀਂ ਪਤਾ ਇਹ ਕਿਉਂ ਨਹੀਂ ਹੋ ਪਾ ਰਿਹਾ ਕਿ ਅਸੀਂ ਸਾਰੇ ਆਪਸੀ ਦਰਦ ਵਿੱਚ, ਕੌਮੀ ਦਰਦ ਤੋਂ ਇੰਨੇ ਦੂਰ ਚਲੇ ਗਏ ਹਾਂ ਕਿ ਅਸੀਂ ਇਹ ਸੋਚ ਹੀ ਛੱਡ ਦਿੱਤੀ ਹੈ। ਇਹ ਸੋਚਣ ਦਾ ਵਿਸ਼ੇ ਹੈ। ਅੱਜ ਦੀ ਹੁਣ ਜੋ ਹਾਲਾਤ ਨੇ ਗੁਰਦੁਆਰਾ ਕਮੇਟੀਆਂ ਦੇ ਔਰ ਜੋ ਪਿਛਲੇ 8-10 ਸਾਲਾਂ ਵਿੱਚ ਸਾਡੇ ਨਾਲ ਵਰਤਿਆ ਹੈ, ਬਹੁਤ ਦਰਦਨਾਕ ਹੈ। ਗੋਲਕ ਦੀ ਚੋਰੀ ਦੇ ਇਲਜ਼ਾਮ ਹਰ ਤਰਫ ਲੱਗ ਰਹੇ ਹਨ। ਜੋ ਮੈਨੂੰ ਯਾਦ ਹੈ, ਅੱਜ ਵੀ ਗੁਰਦੁਆਰਿਆਂ ਕਮੇਟੀ ਦਾ ਚੜਾਵਾ ਸਿੱਧਾ ਬੈਂਕਾਂ ਵਿੱਚ ਨਹੀਂ ਜਾ ਰਿਹਾ। ਅਕਾਊਂਟਿੰਗ ਸਿਸਟਮ ਪ੍ਰੋਪਰ ਨਹੀਂ ਹੈ ਕਿ ਜਿਹੜਾ ਕੌਮ ਦਾ ਚੜਾਵੇ ਦਾ ਪੈਸਾ ਹੈ ਉਹ ਸਹੀ ਜਗ੍ਹਾ ਲੱਗੇ, ਉਹ ਚੋਰੀ ਨਾ ਹੋਏ, ਉਹਦੇ 'ਚੋਂ ਦੁਰਵਰਤੋਂ ਨਾ ਹੋਏ। ਪੂਜਾ ਦਾ ਤਾਨ ਸਿੱਖ ਬਣਦਾ ਹੈ। ਪੂਜਾ ਦਾ ਤਾਨ ਸਾਨੂੰ ਛੂਹਣ ਦਾ ਕੋਈ ਹੱਕ ਨਹੀਂ ਹੈ, ਵਰਤਨ ਦਾ ਕੋਈ ਹੱਕ ਨਹੀਂ ਹੈ। ਮੈਨੂੰ ਇਹ ਲੱਗਦਾ ਹੈ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਵੀ ਕਦੇ ਵੀ ਗੁਰਦੁਆਰੇ ਕਮੇਟੀ ਦੀਆਂ ਗੱਡੀਆਂ ਨਹੀਂ ਵਰਤਣੀਆਂ ਚਾਹੀਦੀਆਂ, ਨਾ ਹੀ ਉਹਨਾਂ ਨੂੰ ਉਹ ਪੈਟਰੋਲ ਲੈਣਾ ਚਾਹੀਦਾ ਹੈ। ਇਹ ਸਾਡਾ ਹੱਕ ਨਹੀਂ ਬਣਦਾ ਕਿ ਪੂਜੇ ਦੇ ਤਾਨ ਤੋਂ ਅਸੀਂ ਗੱਡੀਆਂ ਲਈਏ। ਸਾਨੂੰ ਹੁਣ ਸੋਚਣਾ ਹੈ ਕਿ ਅਗਲੀ ਕਮੇਟੀ ਵਿੱਚ ਆਉਣ ਵਾਲੇ ਕਿਹੋ ਜਿਹੇ ਲੋਕਾਂ ਨੂੰ ਅਸੀਂ ਵੋਟ ਪਾਵਾਂਗੇ। ਕੁਝ ਲੋਕ ਇਹੋ ਜਿਹੇ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਹਮਣੇ ਰੱਖਿਆ ਹੈ, ਜਿਨ੍ਹਾਂ ਨੇ ਗੋਲਕ ਨੂੰ ਜ਼ਿਆਦਾ ਸੰਭਾਲਿਆ ਹੈ।
ਸਾਨੂੰ ਉਹਨਾਂ ਵੱਲ ਧਿਆਨ ਕਰਨਾ ਚਾਹੀਦਾ ਹੈ। ਕਿਹੜੀਆਂ ਕਮੇਟੀਆਂ ਹਨ ਜਿਨ੍ਹਾਂ ਦੇ ਅੰਦਰ ਗੋਲਕ ਦੀ ਚੋਰੀ ਨਹੀਂ ਹੋਈ। ਦੂਸਰਾ ਔਰ ਤੀਸਰਾ ਮੁੱਦਾ ਹਸਪਤਾਲ ਔਰ ਸਕੂਲ ਦਾ ਹੈ। ਸਕੂਲ ਦੀਆਂ ਮਿਸਮੈਨੇਜਮੈਂਟ ਹੋਈਆਂ ਹਨ, ਹਸਪਤਾਲ ਦੀ ਮਿਸਮੈਨੇਜਮੈਂਟ ਹੋਈ ਹੈ। ਕੁਝ ਸਾਲ ਪਹਿਲੇ ਮੈਂ ਸਾਰੇ ਡਾਕਟਰਾਂ ਨੂੰ ਇਕੱਠਾ ਕਰਕੇ ਯਤਨ ਕੀਤਾ ਸੀ ਕਿ ਕੋਈ ਕਮੇਟੀ ਬਣੇ ਜਿਹਦੇ ਨਾਲ ਸਾਡਾ ਇਹ ਬਾਲਾ ਸਾਹਿਬ ਹਸਪੀਟਲ ਕਿਸੇ ਰਾਹ ਪਏ। ਇੱਕ ਚੀਜ਼ ਦਾ ਮੈਨੂੰ ਪਰਸਨਲੀ ਬਹੁਤ ਵੱਡਾ ਦੁੱਖ ਹੈ। ਮੈਨੂੰ ਇਹ ਸੋਚ ਹੈ ਕਿ ਕੁਝ ਸਾਲ ਪਹਿਲੇ ਜਦੋਂ ਹਸਪਤਾਲ ਆਰਗੇਨਾਈਜ਼ ਹੋ ਗਿਆ ਸੀ, ਜਦੋਂ ਇੱਕ ਕਮੇਟੀ ਬਣ ਕੇ ਲੋਕਾਂ ਨੇ ਇਹਦੀ ਕੋਲੈਬੋਰੇਸ਼ਨ ਕਰ ਦਿੱਤੀ ਸੀ, ਕੌਮ ਇੱਕ ਬੜੀ ਵੱਡੀ ਗੋਲਡਨ ਓਪਰਚੁਨਿਟੀ ਗਵਾ ਦਿੱਤੀ। ਉਹਦੇ ਵਿੱਚ ਆਪਸੀ ਲੜਾਈ ਵਿੱਚ ਅਸੀਂ ਕੌਮੀ ਹਿੱਤ ਨੂੰ ਭੁੱਲ ਬੈਠੇ। ਇੱਕ ਦੂਜੇ ਨੂੰ ਥੱਲਾ ਦਿਖਾਉਣ ਵਾਸਤੇ ਅਸੀਂ ਕੌਮ ਦਾ ਨੁਕਸਾਨ ਕਰ ਬੈਠੇ। ਇਹ ਫਿਰ ਨਾ ਹੋਏ। ਹੁਣ ਜੋ ਅੱਜ ਵੀ ਹਾਲਾਤ ਚੱਲ ਰਹੇ ਹਨ, ਕੋਵਿਡ ਸੈਂਟਰ ਬਣਾਉਣਾ ਜਾਂ ਉੱਥੇ ਹੋਰ ਤਰ੍ਹਾਂ ਦੀ ਡਾਇਲਿਸਿਸ ਸੈਂਟਰ ਖੜੇ ਕਰਨੇ, ਇਹ ਹਸਪੀਟਲ ਨਹੀਂ ਹੈ। ਇਹ ਤਾਂ ਹਰ ਜਗ੍ਹਾ ਅੱਜ ਕੱਲ੍ਹ ਲੋਕ ਕਰਦੇ ਪਏ ਹਨ। ਹਸਪੀਟਲ ਨੂੰ ਚਲਾਉਣ ਵਾਸਤੇ ਸਾਨੂੰ ਪ੍ਰੋਪਰ ਕਮੇਟੀ ਚਾਹੀਦੀ ਹੈ, ਸਿਸਟਮ ਚਾਹੀਦਾ ਹੈ। ਸਭ ਤੋਂ ਜ਼ਿਆਦਾ ਸਾਡੇ ਜਿਹੜੇ ਅਕਾਊਂਟਸ ਨੇ ਉਹ ਸਾਫ਼ ਹੋਣੇ ਚਾਹੀਦੇ ਹਨ। CSR ਦੇ ਵਿੱਚ ਸਾਨੂੰ ਪੈਸਾ ਲੈਣ ਦਾ ਹੱਕ ਹੋਣਾ ਚਾਹੀਦਾ ਹੈ। ਪੈਸਾ ਆ ਸਕਦਾ ਹੈ ਅਗਰ ਸਾਡਾ ਦਿਲ ਸਾਫ਼ ਹੋਏ, ਨੀਅਤ ਸਾਫ਼ ਹੋਏ ਔਰ ਅਸੀਂ ਆਪਸੀ ਝਗੜੇ ਹਟਾ ਕੇ ਗੱਲ ਕਰੀਏ। ਇਹ ਹੁਣ ਹਸਪੀਟਲਸ ਦੇ ਵਿੱਚ ਅਸੀਂ ਸਾਰੇ ਅੱਛੇ ਸਿੱਖ ਡਾਕਟਰਸ ਨੂੰ ਇਕੱਠਾ ਕੀਤਾ ਸੀ। ਉਹਨਾਂ 'ਚੋਂ ਡਾਕਟਰ ਮਹੀਪਾਲ, ਡਾਕਟਰ ਕਲੇਰ, ਡਾਕਟਰ ਗਰੇਵਾਲ ਅਤੇ ਹੋਰ ਵੀ ਮਾਣੀ ਡਾਕਟਰ ਇਕੱਠੇ ਹੋਏ ਸਨ। ਡਾਕਟਰ ਹਰਵਿੰਦਰ ਛਾਬੜਾ, ਇਹ ਸਭ ਸਿੱਖ ਡਾਕਟਰਸ ਅੱਜ ਆਪਣਾ ਯੋਗਦਾਨ ਦੇਣ ਲਈ ਤਿਆਰ ਹਨ, ਪਰ ਉਹ ਡਰਦੇ ਹਨ ਸਿੱਖ ਗੁਰਦੁਆਰਾ ਸਿਆਸਤ ਤੋਂ। ਸਾਨੂੰ ਗੁਰਦੁਆਰਾ ਸਿਆਸਤ ਸੁਧਾਰਨੀ ਪਏਗੀ, ਆਪਣੀ ਸੋਚ ਸੁਧਾਰਨੀ ਪਏਗੀ। ਪੈਸਾ ਲੈ ਕੇ ਵੋਟਾਂ ਨਾ ਪਾਈਏ। ਸਕੂਲਾਂ ਦੀ ਹਾਲਾਤ ਵੀ ਇਤਨੇ ਹੀ ਖਰਾਬ ਹਨ। ਮਿਸਮੈਨੇਜਮੈਂਟ ਦੀ ਹੁਣ ਅੱਤ ਚੱਕੀ ਗਈ ਹੈ। ਇਹ ਸਾਰੇ ਹਾਲਾਤ ਬਹੁਤ ਦਰਦਨਾਕ ਨੇ। ਮੈਨੂੰ ਨਹੀਂ ਲੱਗ ਰਿਹਾ ਕਿ ਜਿਹੜੀ ਆਉਣ ਵਾਲੀ ਕਮੇਟੀ ਹੈ, ਅਗਰ ਉਹਦੀ ਨੀਅਤ ਸਾਫ਼ ਵੀ ਹੋਏਗੀ ਤਾਂ ਵੀ ਇਹ ਕੰਮ ਕੋਈ ਸੌਖਾ ਹੈ। ਬਹੁਤ ਔਖਾ ਕੰਮ ਹੈ ਇਸ ਨੂੰ ਸੁਧਾਰਨਾ, ਔਰ ਇਸ ਨੂੰ ਸੁਧਾਰਨ ਲਈ ਸਾਨੂੰ ਸਭ ਨੂੰ ਆਪਣਾ ਯੋਗਦਾਨ ਪਾਉਣਾ ਪਏਗਾ, ਆਪਣਾ ਹਿੱਸਾ ਪਾਉਣਾ ਪਏਗਾ। ਜਿਵੇਂ ਦਰਬਾਰ ਸਾਹਿਬ ਦੇ ਵਿੱਚ ਅਸੀਂ ਸੇਵਾ ਕਰਦੇ ਹਾਂ ਸਰੋਵਰ ਦੀ, ਹਰ ਜਣੇ ਨੂੰ ਕਹੀ ਚੱਕ ਕੇ ਮੱਟੀ ਸਾਫ਼ ਕਰਨੀ ਹੋਏਗੀ। ਇੱਥੇ ਕਾਈ ਜੰਮਣ ਲੱਗੀ ਹੈ। ਸਾਡੀ ਗੋਲਕ ਨੂੰ ਡਰ ਹੈ, ਗੋਲਕ ਦੀ ਸੰਭਾਲ ਨੂੰ ਖਤਰਾ ਹੈ। ਮੈਂ ਆਪ ਸਾਰੀ ਸਿੱਖ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਆਓ ਮਿਲ ਕੇ ਕੁਝ ਇਹੋ ਜਿਹੇ ਲੋਕਾਂ ਨੂੰ ਲਿਆਈਏ ਜਿਹੜੇ ਪੈਸੇ ਚੋਰੀ ਦੇ ਵਿੱਚ ਨਾ ਆਉਣ, ਜਿਹੜੇ ਇਸ ਨੂੰ ਸੁਧਾਰਨ। ਕੇਵਲ ਗੱਲਾਂ ਵਿੱਚ ਨਹੀਂ, ਇਹਨੂੰ ਆਰਗੇਨਾਈਜ਼ ਕਰਨਾ ਪਏਗਾ। ਔਰ ਇਹ ਸੋਲਿਊਸ਼ਨਸ ਕਾਫੀ ਮੁਸ਼ਕਿਲ ਹਨ, ਆਸਾਨ ਨਹੀਂ ਹਨ। ਟੀਚਰਾਂ ਦੀ ਗੱਲ, ਸਕੂਲਾਂ ਦੀ ਗੱਲ, ਪ੍ਰੋਫੈਸ਼ਨਲਸ ਦਾ ਕੰਮ ਹੈ। ਸਾਨੂੰ ਸਹਿਯੋਗ ਦੇਣਾ ਹੋਏਗਾ। ਉਹਨਾਂ ਲੋਕਾਂ ਨਾਲ ਬੈਠਣਾ ਪਏਗਾ ਜਿਹੜਾ ਆਪਣਾ ਆਪ ਵਾਰ ਕੇ ਸੁਧਾਰਨਾ ਚਾਹੁੰਦੇ ਹਨ ਕੌਮ ਨੂੰ। ਦਿੱਲੀ ਦੀ ਸੰਗਤ ਵਾਸਤੇ ਇੱਕ ਥੋੜ੍ਹਾ ਹੀ ਸਮਾਂ ਹੈ, ਕੁਝ ਹੀ ਸਮਾਂ ਹੈ ਜਦੋਂ ਇਸ ਨੂੰ ਅਸੀਂ ਸੰਭਾਲ ਸਕਦੇ ਹਾਂ। ਆਉਣ ਵਾਲੀ ਪੀੜ੍ਹੀ ਜਿਹੜੇ ਇਹ ਡਾਕਟਰ ਅੱਜ ਚੋਟੀ 'ਤੇ ਬੈਠੇ ਹਨ, ਕੱਲ੍ਹ ਸਾਡੇ ਕੋਲ ਨਾ ਰਹੇ, ਫਿਰ ਇਸ ਨੂੰ ਅਸੀਂ ਹਸਪੀਟਲ ਨੂੰ ਚਲਾ ਵੀ ਨਹੀਂ ਪਾਵਾਂਗੇ। ਇੱਕ ਪ੍ਰੋਫੈਸ਼ਨਲ ਕੰਮ ਹੈ। ਕੇਵਲ ਗੱਲਾਂ ਵਿੱਚ ਆ ਕੇ ਅਸੀਂ ਨਾ ਬਹਿ ਜਾਈਏ, ਥੋੜ੍ਹੀ ਡਿਟੇਲ ਵਿੱਚ ਜਾਈਏ। ਮੈਂ ਆਪ ਸਭ ਨੂੰ ਫਿਰ ਇੱਕ ਪੁਕਾਰ ਕਰਦਾ ਹਾਂ, ਆਓ ਮਿਲ ਕੇ 22 ਤਰੀਕ ਨੂੰ ਕੁਝ ਇਹੋ ਜਿਹੇ ਲੋਕਾਂ ਨੂੰ ਲਿਆਈਏ ਜਿਹੜੇ ਸਾਫ਼ ਸੁਥਰੇ ਕੰਮ ਨੂੰ ਕਰਨ, ਅਕਾਊਂਟਿੰਗ ਸਿਸਟਮ ਬਣਾਉਣ, ਪ੍ਰੋਪਰ ਆਡਿਟ ਕਰਾਉਣ, ਪੈਸੇ ਦੀ ਦੁਰਵਰਤੋਂ ਨਾ ਹੋਏ, ਔਰ ਸਾਰੀ ਚੀਜ਼ਾਂ ਦੀ ਮੈਨੇਜਮੈਂਟ ਨੂੰ ਇੰਪਰੂਵ ਕਰਨ ਲਈ ਇੱਕ ਟਾਸਕ ਫੋਰਸ ਦਿੱਲੀ ਵਿੱਚ ਬਣੇ। ਉਹਨਾਂ ਸਿੱਖਾਂ ਦੀ ਜਿਹੜੇ ਦਰਦ ਰੱਖਦੇ ਹਨ ਦਿੱਲੀ ਬਾਰੇ। ਆਪ ਸਭ ਨੂੰ ਬੇਨਤੀ ਔਰ ਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।